ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਉਸ ਨਜ਼ਰੀਏ ਨਾਲ ਦੇਖਦੇ ਆ, ਸਾਡੀ ਬਦਕਿਸਮਤੀ ਆ ਭਈ ਸਾਨੂੰ ਸਵਾਰਥੀ ਲੋਕਾਂ ਨੇ, ਸ਼ੈਤਾਨ ਲੋਕਾਂ ਨੇ, ਜਿਹੜੇ ਪੱਖਪਾਤੀ ਬਿਰਤੀ ਨੂੰ ਲੈ ਕੇ ਬੈਠੇ ਸੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਣ ਲਾ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲਈ, ਸਮਝਣ ਲਈ ਜਿਹੜੇ ਅਰਥ, ਜਿਹੜਾ ਐਂਗਲ ਦਿੱਤਾ ਸਾਨੂੰ, ਉਹ ਦਿੱਤਾ ਹਿਸਟਰੀ ਵਾਲਾ, ਇਤਿਹਾਸ ਵਾਲਾ, ਉਥਾਨਕਾ ਵਾਲਾ। ਹਰੇਕ ਸ਼ਬਦ ਨੂੰ, ਹਰੇਕ ਪੰਕਤੀ ਨੂੰ ਦੇਖਣ ਲੱਗੇ, ਹਰੇਕ ਰਚਨਾ ਨੂੰ ਦੇਖਣ ਲੱਗੇ, ਅਸੀਂ ਉਹਦੇ ਨਾਲ ਸੰਬੰਧਿਤ ਕੋਈ ਨਾ ਕੋਈ ਕਹਾਣੀ ਲੱਭਦੇ। ਕਹਾਣੀ ਦੇ ਨਜ਼ਰੀਏ ਤੋਂ ਗੁਰਬਾਣੀ ਨੂੰ ਦੇਖਿਆ ਜਾਂਦਾ ਆ। ਕਹਾਣੀ ਦੇ ਨਜ਼ਰੀਏ ਤੋਂ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਦਾ, ਉਹਨਾਂ ਦਾ ਪਹਿਲਾਂ ਦਾ ਜੀਵਨ ਆ, ਉਹਦੀ ਸਮਝ ਆਉਂਦੀ ਹੈ, ਜਿੱਥੋਂ ਅਸੀਂ ਟੋਟਲੀ ਭੁਲੇਖਾ ਖਾ ਜਾਂਦੇ। ਹੁਣ ਜਿਹੜਾ ਮੁੱਢਲਾ ਇੱਕ ਸੀ, ਉਸ ਇੱਕ ਤੋਂ ਹੀ ਉਹਨਾਂ ਨੇ ਉਲਝਾ ਦਿੱਤਾ ਸਾਨੂੰ। ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹੋਈ ਆ, ਉਹ ਇੱਕ ਦੀ ਪਰਿਭਾਸ਼ਾ ਦੇ ਉੱਤੇ ਖੜੀ। ਜਿਹੜੀ ਗੱਲ ਗੁਰੂ ਸਾਹਿਬ ਇੰਟਰੋਡਿਊਸ ਕਰ ਰਹੇ ਸੀ ਉਸ ਵੇਲੇ, ਉਹ ਜ਼ਰੂਰੀ ਨਹੀਂ ਪਈ, ਅਸੀਂ ਇਹ ਨਹੀਂ ਕਹਿ ਸਕਦੇ ਪਈ ਇਸ ਪਲੈਨਟ ਦੇ ਉੱਤੇ ਨਵੀਂ ਸੀ ਉਹ, ਕਿਉਂਕਿ ਕੰਪੈਰੀਟਿਵਲੀ ਇਹਨਾਂ ਮੁਲਕਾਂ ਨੂੰ ਜਦੋਂ ਅਸੀਂ ਦੇਖਦੇ ਹਾਂ, ਉੱਥੇ ਤਾਂ ਉਹ ਗੱਲਾਂ ਫੌਜਾਂ ਦੇ ਜਰਨੈਲਾਂ ਦੇ ਪੱਧਰਾਂ ਤੱਕ ਵੀ ਆ ਗਈਆਂ ਸੀ। ਜਿਹੜੀਆਂ ਗੱਲਾਂ ਗੁਰੂ ਸਾਹਿਬ ਦੀ ਆਪਣੀ ਟ੍ਰੇਨਿੰਗ ਦੇ ਵਿੱਚ ਆ, ਗੁਰੂ ਪਾਤਸ਼ਾਹਾਂ ਦੀ ਟ੍ਰੇਨਿੰਗ ਦੇ ਵਿੱਚ ਆ, ਅੱਜ ਇਹਨਾਂ ਮੁਲਕਾਂ ਨੇ ਉਹ ਗੱਲਾਂ ਆਮ ਜਿਹੜੀਆਂ ਕੰਪਨੀਆਂ ਉਹਨਾਂ ਦੀਆਂ, ਉਹਨਾਂ ਦੇ ਮੈਨੇਜਰਾਂ ਦੇ ਪੱਧਰ ਤੱਕ ਲੈ ਆਉਂਦੀਆਂ, ਸੁਪਰਵਾਈਜ਼ਰ ਦੇ ਪੱਧਰ ਤੱਕ ਲੈ ਆਉਂਦੀਆਂ, ਤੇ ਅਸੀਂ ਪੂਜਦੇ ਹੀ ਰਹਿ ਗਏ। ਸਾਨੂੰ ਜਿਹੜਾ ਐਂਗਲ ਦਿੱਤਾ ਉਹਨੇ ਦੇਖਣ ਲਈ, ਜਿਹੜੀਆਂ ਐਨਕਾਂ ਦਿੱਤੀਆਂ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਦੇਖਣ ਲਈ, ਉੱਥੋਂ ਬਿਲਕੁਲ ਸਾਡੇ ਨਾਲ ਧੋਖਾ ਹੋ ਗਿਆ। ਜਦੋਂ ਸਾਨੂੰ ਪੜ੍ਹਾਇਆ ਗਿਆ ਵੀ ਗੁਰਬਾਣੀ ਕਹਿੰਦੀ ਆ, ਮਨ ਤੂੰ ਜੋਤ ਸਰੂਪ ਹੈ। ਹੁਣ ਉਹ ਜਿਹੜੀ ਜੋਤ, ਜਿਹਦਾ ਸਰੂਪ ਦੱਸਿਆ ਮਨ ਨੂੰ, ਉਹ ਜਿਹੜੀ ਜੋਤ ਸੀ ਉਹ ਇੱਕ ਨਾਲ ਜੋੜ ਦਿੱਤੀ ਤੇ ਇੱਕ ਨੂੰ ਵਾਹਿਗੁਰੂ ਨਾਲ ਜੋੜ ਦਿੱਤਾ, ਉਹ ਕਿਸੇ ਇੱਕ ਸ਼ਕਤੀ ਨਾਲ ਜੋੜ ਦਿੱਤਾ। ਜਦ ਕਿ ਜੇ ਤੁਸੀਂ ਸੌਖੇ ਸ਼ਬਦਾਂ 'ਚ ਕਹਿਣਾ, ਤੁਸੀਂ ਆਪਣੇ ਆਪ ਨੂੰ ਕਹੋ ਜਾਂ ਸਿੱਖ ਨੂੰ ਕਹੋ ਵੀ ਸਿੱਖਾ, ਤੇਰਾ ਦਿਮਾਗ ਉਸ ਇੱਕ ਦੀ ਹੀ ਜੋਤ ਆ, ਜਿਹੜੇ ਇੱਕ ਤੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਜੇ ਤੋਂ ਇਹ ਬ੍ਰਹਿਮੰਡ, ਜਿਨ੍ਹਾਂ ਨਿਯਮਾਂ ਦੇ ਨਾਲ ਇਹ ਬ੍ਰਹਿਮੰਡ ਰਚਿਆ ਜਾ ਰਿਹਾ ਆ, ਜਿਨ੍ਹਾਂ ਨਿਯਮਾਂ ਦੇ ਨਾਲ ਇਸ ਬ੍ਰਹਿਮੰਡ ਦੇ ਵਿੱਚ ਸਾਰਾ ਕੁਝ ਹੋ ਰਿਹਾ ਆ, ਉਹਨਾਂ ਨਿਯਮਾਂ ਦੇ ਅੰਸ਼ ਤੇਰੇ ਦਿਮਾਗ ਵਿੱਚ ਵੀ ਆ। ਜੇ ਤੂੰ ਚਾਹੇ ਤਾਂ ਉਹਨਾਂ ਨਿਯਮਾਂ ਨੂੰ ਆਪਣੇ ਦਿਮਾਗ ਦੇ ਰਾਹੀਂ ਸੋਚ ਕੇ, ਵਿਚਾਰ ਕੇ ਸਮਝ ਸਕਦਾ ਆ। ਜੋ ਕੁਝ ਵੀ ਬਣਿਆ ਦਿਸ ਰਿਹਾ ਤੈਨੂੰ, ਉਹ ਕਿਸੇ ਨਾ ਕਿਸੇ ਨਿਯਮ ਦੇ ਤਹਿਤ ਬਣਿਆ ਆ, ਤੇ ਉਹ ਨਿਯਮ ਨੂੰ ਸਮਝਣ ਦੀ ਸਮਰੱਥਾ ਤੇਰੇ ਦਿਮਾਗ ਦੇ ਵਿੱਚ ਆ। ਹੁਣ ਜਦੋਂ ਤੁਸੀਂ ਉਹ ਇੱਕ ਨੂੰ, ਉਸ ਜੋਤ ਨੂੰ, ਉਸ ਇੱਕ ਓਂਕਾਰ ਨੂੰ ਵਾਹਿਗੁਰੂ ਨਾਲ, ਕਿਸੇ ਸ਼ਕਤੀ ਨਾਲ ਜੋੜ ਦੇਣਾ ਆ, ਫਿਰ ਅਧਿਆਤਮਕਤਾ ਲੱਭੀ ਜਾਣੀ। ਉਹਦੇ ਵਿੱਚੋਂ ਹਰ ਕਮਚੋਰ, ਵਿਹਲੜ, ਨਕਮਾ, ਜਿਹੜਾ ਹੋਰ ਕਿਸੇ ਥਾਂ ਤੇ ਕੰਮ ਦਾ ਨਹੀਂ ਹੈਗਾ, ਇੱਕ ਖਾਸ ਤਰ੍ਹਾਂ ਦਾ ਬਾਣਾ ਪਾ ਕੇ, ਇੱਕ ਖਾਸ ਤਰ੍ਹਾਂ ਦਾ ਰੂਪ ਧਾਰ ਕੇ ਸਾਡੇ ਸਿਰ ਦੇ ਉੱਤੇ ਆ ਕੇ ਬਹਿ ਜਾਂਦਾ। ਜੇ ਤੁਸੀਂ ਜੋ ਦੇਣਾ ਚਾਹੁੰਦੇ ਗੁਰੂ ਸਾਹਿਬ ਜੀ, ਉਸ ਨਜ਼ਰੀਏ ਨਾਲ ਦੇਖਦੇ ਆ, ਤੇ ਸਾਨੂੰ ਸਾਰਾ ਕੁਝ ਸੌਖਾ ਸਮਝ ਆ ਜਾਂਦਾ। ਦੁਨੀਆ ਦੇ ਹਾਣੀ ਹੋਣ ਨੂੰ ਵੀ ਸਾਨੂੰ ਟਾਈਮ ਨਹੀਂ ਲੱਗਣਾ। ਪਰ ਜਿਹੜੇ ਐਂਗਲ ਇਹ ਪੁਜਾਰੀ ਲਾਣੇ ਨੇ, ਪ੍ਰਚਾਰਕਾਂ ਨੇ, ਸਾਡੇ ਵਿਦਵਾਨਾਂ ਨੇ ਸਾਨੂੰ ਇਤਿਹਾਸ ਰਾਹੀਂ, ਹਿਸਟਰੀ ਰਾਹੀਂ, ਗ੍ਰੰਥਾਂ ਰਾਹੀਂ ਸਾਡੇ ਸਿਰ ਤੇ ਮੜੇ ਆ, ਉਹ ਬੜੇ ਖਤਰਨਾਕ ਆ। ਤਾਂ ਹੀ ਉਹ ਕਾਬਜ਼ ਹੋ ਕੇ ਹਰ ਵੇਲੇ ਸਾਨੂੰ ਡਰਾਉਂਦੇ ਰਹਿੰਦੇ ਆ।
ਉਹਨਾਂ ਸ਼ਕਤੀਆਂ ਦੇ ਡਰਾਵੇ, ਕਿਸੇ ਨਾ ਕਿਸੇ ਤਰ੍ਹਾਂ ਦੇ ਲਾਲਚ ਜਾਂ ਡਰਾਵੇ, ਦੋਏ ਤਰ੍ਹਾਂ ਦੀਆਂ ਦੋ ਪੁੜਾਂ ਦੇ ਵਿੱਚ ਰੱਖ ਕੇ ਸਿੱਖ ਨੂੰ ਪੀਸ ਰਹੇ ਆ। ਜੇ ਅਸੀਂ ਹਿੰਮਤ ਕਰ ਲਈਏ, ਕੋਸ਼ਿਸ਼ ਕਰ ਲਈਏ, ਸਾਰਾ ਕੁਝ ਸਾਡੇ ਆਪਣੇ ਦਿਮਾਗ ਦੇ ਅੰਦਰ ਆ, ਸਾਡੀ ਆਪਣੀ ਸੋਚ ਦੇ ਅੰਦਰ ਆ। ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰ ਦਈਏ, ਜਿਹੜੇ ਵੀ ਥਾਂ ਤੇ ਹੈਗੇ ਆ ਅਸੀਂ ਆਪਣੇ ਫਰਜ਼ ਨੂੰ ਪਛਾਣ ਲਈਏ, ਹੱਕਾਂ ਦੇ ਉੱਤੇ ਕਬਜ਼ਾ ਸਾਡਾ ਆਪਣੇ ਆਪ ਹੋ ਜਾਣਾ। ਸਾਨੂੰ ਹੱਕ ਮੰਗਣੇ ਨਹੀਂ ਪੈਣੇ, ਉਹਨਾਂ ਹੱਕਾਂ ਦੇ ਲਈ ਕੌਨਫੀਡੈਂਸ ਆ ਜਾਣਾ ਸਾਡੇ ਅੰਦਰ, ਔਰ ਅਲਟਰਨੇਟਿਵ ਮਿਲ ਜਾਣੇ ਆ। ਸਾਨੂੰ ਕਈ ਰਾਹ ਮਿਲ ਜਾਣੇ ਆ। ਵੈਸੇ ਵੀ ਸਿਆਣੇ ਕਹਿੰਦੇ ਆ, ਕੰਮ ਕੋਈ ਵੀ ਹੋਵੇ ਉਹਨੂੰ ਕਰਨ ਦਾ ਕਦੇ ਵੀ ਇੱਕ ਤਰੀਕਾ ਨਹੀਂ ਹੁੰਦਾ, ਕਈ ਤਰੀਕੇ ਹੁੰਦੇ ਆ ਕੋਈ ਵੀ ਕੰਮ ਹੋਵੇ। ਤੇ ਜਦੋਂ ਅਸੀਂ ਬਸ ਉਹਨੂੰ ਵੱਖਰੇ ਐਂਗਲ ਤੋਂ ਦੇਖਣਾ ਸ਼ੁਰੂ ਕਰ ਦਈਏ, ਜਦੋਂ ਸਾਡੇ ਦਿਮਾਗ ਦੇ ਵਿੱਚ ਇੱਕੋ ਹੀ ਖਿਆਲ ਆਉਂਦਾ ਹੈ ਨਾ, ਜਦੋਂ ਕੁਝ ਵਾਪਰਦਾ, ਆਮ ਕਰਕੇ ਕੀ ਹੁੰਦਾ, ਜਦੋਂ ਸਾਡਾ ਸੁਭਾਅ ਸ਼ੱਕੀ ਹੋਵੇ, ਕੋਈ ਘਟਨਾ ਵਾਪਰੇ, ਸਿੱਧੀ ਸਟ੍ਰਾਈਕ ਜਾ ਕੇ ਹੁੰਦੀ ਆ ਵੀ ਅੱਛਾ ਉਹਦਾ ਨਾਂ ਆ ਗਿਆ, ਉਹਨ ਐਸ ਨੀਅਤ ਨਾ ਕੀਤਾ ਹੋਣਾ, ਜੇ ਉਹ ਇਨਵੋਲਵ ਆ ਉਹ ਆ ਕਰਨਾ ਚਾਹੁੰਦਾ ਹੋਣਾ। ਪਰ ਜੇ ਤੁਸੀਂ ਪਰਸਨੈਲਿਟੀ ਨੂੰ ਪਰੇ ਕਰਕੇ ਜਿੱਥੇ ਵੀ ਘਟਨਾ ਵਾਪਰੀ ਆ ਉਹਦੇ ਨਾਲ ਸੰਬੰਧਿਤ ਜੋ ਕੁਛ ਜਿੰਨੇ ਇਨਸਾਨ ਹੈਗੇ ਆ ਉਹਨਾਂ ਦੇ ਰੋਲ ਨੂੰ ਲੈ ਕੇ ਗੱਲ ਕਰੂੰਗੇ, ਤੇ ਤੁਹਾਨੂੰ ਇੱਕ ਘਟਨਾ ਦੇ ਪਿੱਛੇ ਕਈ ਤੱਥ ਦਿਸਣੇ ਸ਼ੁਰੂ ਹੋ ਜਾਣੇ ਆ, ਕਈ ਐਂਗਲ ਦਿਸਣੇ ਸ਼ੁਰੂ ਹੋ ਜਾਣੇ। ਘਰ ਬੈਠੇ ਤੁਸੀਂ ਕਿਸੇ ਨੂੰ ਉਡੀਕ ਰਹੇ ਆ, ਕਿਸੇ ਨੇ ਕੋਈ ਕੰਮ ਕਰਨਾ ਸੀ, ਉਹ ਆਇਆ ਨਹੀਂ, ਜੇ ਤੁਹਾਡੇ ਕੰਨਾਂ 'ਚ ਕਿਸੇ ਨੇ ਪਾ ਦਿੱਤਾ ਵੀ ਮੈਂ ਉਹਨੂੰ ਫਲਾਨੇ ਬੰਦੇ ਨਾਲ ਫੋਨ ਤੇ ਗੱਲ ਕਰਦੇ ਨੂੰ ਸੁਣਿਆ ਸੀ, ਜੇ ਤੁਸੀਂ ਆਪਣੇ ਆਪ ਨੂੰ ਉੱਥੇ ਬੰਨ ਲਿਆ ਤੇ ਇੱਕੋ ਹੀ ਪੁਆਇੰਟ ਦਿਸਣਾ ਹੈ ਤੁਹਾਨੂੰ, ਉਸ ਐਂਗਲ ਤੋਂ ਤੁਹਾਨੂੰ ਇੱਕੋ ਹੀ ਐਂਗਲ ਦਿਸਣਾ। ਉਹਨੇ ਇਹੀ ਦਿਖਾਉਣਾ ਆ ਵੀ ਜਿਹੜੇ ਬੰਦੇ ਨਾਲ ਗੱਲ ਕਰਦਾ ਸੀ ਉਹਨੇ ਭਰਮਾ ਦਿੱਤਾ ਹੋਣਾ, ਉਹਨੇ ਰੋਕ ਦਿੱਤਾ ਹੋਣਾ। ਪਰ ਜੇ ਠੰਡੇ ਦਿਮਾਗ ਨਾਲ ਤੁਸੀਂ ਆਪ ਉਸ ਪਰਸਨੈਲਿਟੀ ਤੋਂ ਪਰੇ ਹੋ ਕੇ, ਉਹ ਜਿਹੜੀ ਵੀ ਪਰਸਨੈਲਿਟੀ ਹੈਗੀ ਆ ਉਹਦੇ ਰੋਲ ਦੇ ਬਾਰੇ, ਜੇ ਉਹ ਕਿਸੇ ਦੀ ਸੱਸ ਆ, ਜੇ ਉਹ ਕਿਸੇ ਦਾ ਭਰਾ ਆ, ਜੇ ਉਹ ਕਿਸੇ ਦਾ ਦੋਸਤ ਆ, ਉਹਦੇ ਰੋਲ ਨੂੰ ਮੁੱਖ ਰੱਖ ਕੇ ਤੁਸੀਂ ਉਸ ਘਟਨਾ ਨੂੰ ਵਿਚਾਰਿਆ, ਫਿਰ ਤੁਹਾਨੂੰ ਕਈ ਕੁਝ ਦਿਸ ਪੈਣਾ। ਹੋ ਸਕਦਾ ਉਹ ਰਾਹ ਭੁੱਲ ਗਿਆ ਹੋਵੇ, ਹੋ ਸਕਦਾ ਉਹਦੀ ਗੱਡੀ ਖਰਾਬ ਹੋ ਗਈ ਹੋਵੇ, ਹੋ ਸਕਦਾ ਉਹਨੂੰ ਪੁਲਿਸ ਨੇ ਰੋਕ ਲਿਆ ਹੋਵੇ। ਜਦੋਂ ਕਈ ਐਂਗਲ, ਕਈ ਪੁਆਇੰਟ ਤੁਹਾਡੇ ਸਾਹਮਣੇ ਆਉਣੇ ਆ, ਫਿਰ ਪੇਸ਼ੈਂਸ, ਸਬਰ ਆਉਣਾ ਸ਼ੁਰੂ ਹੋ ਜਾਣਾ। ਫਿਰ ਸਹਿਜ ਆ ਜਾਣਾ, ਫਿਰ ਟਿਕਾ ਆ ਜਾਣਾ, ਫਿਰ ਸਹਿਣਸ਼ੀਲਤਾ ਆ ਜਾਣੀ। ਫਿਰ ਦਿਮਾਗ ਨੂੰ ਜਿਹੜੀ ਆਕਸੀਜਨ ਜਾਂਦੀ ਆ ਉਹਨੂੰ ਆਪਣਾ ਪੂਰਾ ਕੰਮ ਕਰੀ ਜਾਣਾ। ਫਿਰ ਨਿਰਪੱਖ ਹੋ ਕੇ ਸੋਚਣ ਲੱਗ ਪੈਣਾ ਤੁਸੀਂ। ਫਿਰ ਪਤਾ ਲੱਗ ਜਾਣਾ ਵੀ ਜੇ ਫਿਰ ਤੁਸੀਂ ਸੋਲੂਸ਼ਨ ਵਾਲੇ ਪਾਸੇ ਚੱਲ ਜਾਣਾ। ਪਰ ਜੇ ਨਾ ਵੀ ਆਇਆ, ਮੰਨ ਲਓ ਨਹੀਂ ਆ ਰਿਹਾ, ਫਿਰ ਤਾਂ ਕੀ ਹੋ ਗਿਆ? ਹੋਰ ਅਲਟਰਨੇਟਿਵ ਕੀ ਆ ਸਾਡੇ ਕੋਲ? ਜਿਹਨੇ ਆਉਣਾ ਸੀ ਸਾਡੇ ਕੋਲ, ਜਿਹਨੇ ਕੰਮ ਕਰਨਾ ਸੀ, ਜਿਹਨੇ ਮੈਨੂੰ ਚੱਕਣਾ ਸੀ ਕਾਰ 'ਚ ਆ ਕੇ, ਜਿਹਨੇ ਮੈਨੂੰ ਕਿਤੇ ਡ੍ਰੌਪ ਕਰਨਾ ਸੀ, ਉਹ ਨਹੀਂ ਆ ਰਿਹਾ। ਹੁਣ ਹੋਰ ਮੇਰੇ ਕੋਲ ਰਾਹ ਕੀ ਆ? ਉਹਦੀਆਂ ਬਦਲਾਂ ਦਿਸਣ ਲੱਗ ਪਣੀਆਂ ਤੁਹਾਨੂੰ ਪਤਾ ਲੱਗਣ ਲੱਗ ਪੈਣਾ ਵੀ ਹੁਣ ਨਹੀਂ, ਇਹਨੂੰ ਮੈਂ ਇਸ ਤਰੀਕੇ ਨਾਲ ਵੀ ਕਰ ਸਕਦਾ, ਇਸ ਤਰੀਕੇ ਨਾਲ ਵੀ ਕਰ ਸਕਦਾ, ਅਪਾਇੰਟਮੈਂਟ ਆਪਣੀ ਪੋਸਟਪੋਨ ਵੀ ਕਰਾ ਸਕਦਾ, ਮੈਂ ਟੈਕਸੀ ਸੱਦ ਸਕਦਾ, ਕਿਸੇ ਹੋਰ ਬੰਦੇ ਨੂੰ ਕਹਿ ਸਕਦਾ, 15 ਮਿੰਟ ਲੇਟ ਜਾ ਸਕਦਾ। ਬਹੁਤ ਵਾਰੀ ਸਿਰਫ ਕਾਹਲੀ ਜਿਹੜੀ ਸਾਡੀ ਆ, ਐਂਗਜ਼ਾਇਟੀ ਜਿਹੜੀ ਆ ਸਾਡੀ, ਉਹੀ ਸਿਰ ਨੂੰ ਚੜ ਜਾਂਦੀ ਆ, ਨਹੀਂ ਤਾਂ ਨੁਕਸਾਨ ਨਹੀਂ ਹੋਣਾ ਹੁੰਦਾ। ਜਿੰਨਾ ਤਪਾਉਣੇ, ਉਹਦਾ ਕਾਰਨ ਇਹ ਆ ਕਿ ਸਾਨੂੰ ਦੂਜਾ ਐਂਗਲ, ਦੂਜੇ ਪਾਸੇ ਤੋਂ, ਹੋਰ ਕਿਸੇ ਨਜ਼ਰੀਏ ਨਾਲ ਘਟਨਾਵਾਂ ਨੂੰ ਦੇਖਣ ਦੀ ਜਾਂਚ ਹੀ ਨਹੀਂ ਦੱਸੀ। ਧਰਮ ਦੇ ਮਾਮਲੇ 'ਚ ਤਾਂ ਬਿਲਕੁਲ। ਕਿਸਾਨਾਂ ਦਾ ਸੰਘਰਸ਼ ਆ ਕਿੰਨੇ ਮਹੀਨਿਆਂ ਤੋਂ ਚੱਲਦਾ, ਸਾਲ ਹੋ ਚੱਲਿਆ। ਆ ਪਿੱਛੇ ਥੋੜੇ ਦਿਨ ਹੋਏ ਆ ਬਾਪੂ ਸੂਰਤ ਸਿੰਘ ਦੇ ਬਾਰੇ ਖਬਰ ਪਈ ਸੀ ਵੀ ਉਹਨੂੰ ਉੱਥੋਂ ਲਿਜਾ ਕੇ ਸਰਕਾਰੀ ਖਰਚੇ ਦੇ ਉੱਤੇ ਉਹਦਾ ਇਲਾਜ, ਕਿੰਨੇ ਸਾਲ ਹੋ ਗਏ, ਮੈਨੂੰ ਲੱਗਦਾ 4-5 ਸਾਲ ਹੋ ਗਏ। ਜਿਨ੍ਹਾਂ ਦਿਨਾਂ 'ਚੋਂ ਬੈਠਾ ਸੀ, ਕਿੱਦਾਂ ਕੌਮ ਸਾਡੀ ਨੂੰ ਸਾਰੀ ਨੂੰ ਇਸ ਗੱਲ ਦਾ ਪੂਰਾ ਫਤੂਰ ਚੜਿਆ ਹੋਇਆ ਸੀ ਵੀ ਬਸ ਅਸੀਂ ਢਾਹ ਦੇਣਾ ਸਰਕਾਰ ਨੂੰ। ਜਦੋਂ ਹੋਰ ਕੋਈ ਮੁੱਦਾ ਮਿਲ ਗਿਆ, ਇੱਕਦਮ ਉੱਧਰ ਚਲ ਗਿਆ।
थोड़े महीने पहला गुरु ग्रंथ साहब के सरੂਪਾਂ ਦੇ ਬਾਰੇ ਕਿੱਦਾਂ ਸਾਨੂੰ ਐਕਸਾਈਟਮੈਂਟ ਸੀ। ਅੰਮ੍ਰਿਤਸਰ ਇਕੱਠੇ ਹੋਏ, ਕਿਤੇ ਧਰਨਾ ਸ਼੍ਰੋਮਣੀ ਕਮੇਟੀ ਦੇ ਮੂਹਰੇ, ਕਿਤੇ ਕਿਤੇ। ਜਦੋਂ ਮੁੜ ਕੇ ਕਿਸਾਨਾਂ ਵਾਲਾ ਮੁੱਦਾ ਮਿਲ ਗਿਆ, ਉਹ ਠੰਡੇ ਬਸਤੇ 'ਚ ਪੈ ਗਏ। ਹੁਣ ਮੂਹਰੇ ਚੋਣਾਂ ਦਾ ਮੁੱਦਾ ਆ ਜਾਊਗਾ, ਹੋਰ ਕੁਝ ਹੋ ਜਾਊਗਾ। ਅਗਲਿਆਂ ਨੂੰ ਪਤਾ ਆ ਕਿ ਸਾਡੇ ਜਿਹੜੇ ਬਟਨ ਆ, ਸਾਡੇ ਸਵਿਚ ਆ ਜਿਹੜੇ, ਕਿੱਥੇ ਆ, ਅਸੀਂ ਕਿੱਦਾਂ ਰਿਐਕਟ ਕਰਦੇ ਆ, ਕਿਹੜੀ ਘਟਨਾ ਤੇ ਕਿੱਦਾਂ ਦਾ ਰਿਐਕਸ਼ਨ ਕਰਦੇ ਆ। ਉਦਾਂ ਦੀਆਂ ਘਟਨਾਵਾਂ ਲਿਆ ਕੇ, ਉਦਾਂ ਦੇ ਪਾਤਰ ਲਿਆ ਕੇ ਸਾਡੇ ਸਾਹਮਣੇ, ਸਾਡੇ ਵਿੱਚੋਂ ਲੈ ਜਾਂਦੇ ਆ ਜਾਂ ਬਾਹਰੋਂ ਲਿਆ ਕੇ ਵਿੱਚ ਕਰ ਦਿੰਦੇ ਆ। ਸਾਡੇ ਨਾਲ 1849 ਦੇ ਵਿੱਚ ਕੀ ਵਾਪਰਿਆ ਸੀ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਖਾਤਮਾ ਹੋਇਆ, ਉਦੋਂ ਤੱਕ ਅਗਲਾ ਕਿੱਡੀ ਦੂਰ ਧੁਰ ਤੱਕ ਸਾਡੇ ਅੰਦਰ ਆ ਕੇ ਵੜਿਆ ਹੋਇਆ ਸੀ। ਜਿੱਦਣ ਗੁਰੂ ਸਾਹਿਬ ਦੇ ਨਜ਼ਰੀਏ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਦੇਖਣਾ, ਉਹਨਾਂ ਸ਼ਬਦਾਂ ਨੂੰ, ਉਸ ਜੋਤ ਨੂੰ, ਉਸ ਇੱਕ ਨੂੰ, ਉਹਦੀ ਨਿਰਭੈਤਾ ਨੂੰ, ਉਹਦੀ ਨਿਰਵੈਰਤਾ ਨੂੰ ਸਮਝਣਾ ਸ਼ੁਰੂ ਕਰ ਦਿੱਤਾ, ਸਾਨੂੰ ਪਤਾ ਲੱਗ ਜਾਣਾ ਉਹ ਕੋਈ ਸ਼ਕਤੀ ਨਹੀਂ ਹੈ, ਉਹ ਕੋਈ ਬੰਦਾ ਨਹੀਂ ਹੈ। ਜਿਹੜੇ ਗੁਣਾਂ ਦੀ ਵਿਆਖਿਆ ਕੀਤੀ, ਉਹ ਗੁਣ ਰੱਬ ਦੇ ਨਹੀਂ ਹੈਗੇ, ਕਿਸੇ ਹੋਰ ਥਾਂ ਤੋਂ ਨਹੀਂ ਆਏ। ਉਹ ਗੁਣ ਔਗਣ ਸਾਡੇ ਆ। ਉਹ ਸ਼ਬਦ ਅਸੀਂ ਧਰਤੀ ਦੇ ਉੱਤੇ ਦਿੱਤੇ, ਇਨਸਾਨ ਨੇ ਦਿੱਤੇ। ਜੇ ਨਿਰਵੈਰ ਸ਼ਬਦ ਦੀ ਅਸੀਂ ਗੱਲ ਕਰਨੀ ਆ, ਜੇ ਨਿਰਵੈਰ ਦਰਖਤ, ਕੁਦਰਤ ਦੇ ਨਿਯਮਾਂ ਦੇ ਵਿੱਚ ਹਰ ਸ਼ੈ ਨਿਰਵੈਰ ਹੋ ਕੇ ਵਿਚਰੇ। ਆਕਸੀਜਨ ਆ, ਉਹ ਵੈਰ ਕਰਦੀ ਆ ਕਿਸੇ ਨਾਲ। ਸੂਰਜ ਆ, ਉਹ ਵੈਰ ਕਰਦਾ ਕਿਸੇ ਨਾਲ। ਦਰਖਤ ਆ, ਉਹ ਵੈਰ ਕਰਦੇ ਆ ਕਿਸੇ ਨਾਲ। ਜੇ ਕੋਈ ਦਰਖਤ, ਜੇ ਕੋਈ ਅੰਬ ਦਾ ਬੂਟਾ ਕਿਸੇ ਗੁਰਦੁਆਰੇ ਦੇ ਅੰਦਰ ਲੱਗਾ ਆ, ਉਸ ਗੁਰਦੁਆਰੇ ਦੇ ਅੰਦਰ ਪਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ, ਜਾਂ ਉੱਥੇ ਨਿਸ਼ਾਨ ਸਾਹਿਬ ਨੂੰ, ਜਾਂ ਅੰਦਰ ਬਰਤਨਾਂ ਨੂੰ, ਕਿਸੇ ਹੋਰ ਬਹੁਤ ਕੀਮਤੀ ਚੀਜ਼ ਨੂੰ, ਕਿਸੇ ਰੁਮਾਲੇ ਨੂੰ, ਕਿਸੇ ਚੰਦੋਏ ਨੂੰ, ਕਿਸੇ ਚੌਰ ਸਾਹਿਬ ਨੂੰ, ਬਹੁਤ ਕੀਮਤੀ ਚੀਜ਼ ਨੂੰ ਕੋਈ ਬੰਦਾ ਨੁਕਸਾਨ ਕਰਕੇ ਆਵੇ ਤੇ ਉਸ ਅੰਬ ਦੇ ਬੂਟੇ ਦੇ ਥੱਲੇ ਪਿਆ ਹੋਇਆ ਅੰਬ, ਜਾਂ ਉਹਨੂੰ ਲੱਗਾ ਹੋਇਆ ਅੰਬ, ਉਹ ਤੋੜ ਕੇ ਖਾਣਾ, ਅੰਬ ਪੱਕੇ ਹੋਣ, ਤੋੜ ਕੇ ਖਾਣਾ ਚਾਹੇ, ਕੀ ਉਹ ਅੰਬ ਜ਼ਹਿਰ ਬਣ ਜਾਊ? ਕਿ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਹੋਏ ਨਲਕੇ ਦਾ ਪਾਣੀ ਜਿਹਨੂੰ ਸਾਰੇ ਪੀ ਰਹੇ ਆ, ਜਿਹੜਾ ਬੰਦਾ ਉਹ ਗੁਰਦੁਆਰੇ ਨੂੰ ਢਾਉਣਾ ਚਾਹੁੰਦਾ, ਨੁਕਸਾਨ ਕਰਨਾ ਚਾਹੁੰਦਾ, ਪਾਣੀ ਉਹਦੇ ਲਈ ਜ਼ਹਿਰ ਬਣ ਜਾਊ? ਸਾਨੂੰ ਜਦੋਂ ਅਸੀਂ ਮੂਲ ਮੰਤਰ ਨੂੰ ਜਾਂ ਉਹਨਾਂ ਸ਼ਬਦਾਂ ਨੂੰ ਪੜ੍ਹਦੇ ਆ, ਅਸੀਂ ਸਾਡੇ ਦਿਮਾਗ ਦੇ ਵਿੱਚ ਇੱਕਦਮ ਜਿਹੜੀ ਪਿਕਚਰ ਬਣਦੀ ਆ, ਉਹ ਕਿਸੇ ਇਨਸਾਨ ਦੀ ਬਣ ਜਾਂਦੀ ਹੈ, ਕਿਸੇ ਸ਼ਕਤੀ ਦੀ ਬਣ ਜਾਂਦੀ ਹੈ, ਜਿਸ ਕਰਕੇ ਸਾਡਾ ਨੁਕਸਾਨ ਹੋਇਆ ਹੈ, ਜਿਸ ਕਰਕੇ ਅਸੀਂ ਲੀਹ ਤੋਂ ਉਖੜ ਗਏ। ਹੈ ਬੜਾ ਸੌਖਾ ਸੀ। ਜਿਹੜੀ ਖੇਡ ਸੀ, ਜੋ ਗੁਰੂ ਸਾਹਿਬ ਸਾਨੂੰ ਖੇਡਣ ਨੂੰ ਕਹਿ ਰਹੇ ਸੀ, ਉਹ ਬੜੇ ਨਜ਼ਾਰੇ ਦੀ ਸੀ। ਜੇ ਉਹਨੂੰ, ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸਾਨੂੰ, ਜਿਹੜੀਆਂ ਅੜਚਣਾਂ ਆ ਰਹੀਆਂ ਸਾਨੂੰ, ਜਿਹੜੇ ਹਰਡਲ ਆ ਸਾਡੇ ਰਾਹ ਦੇ ਵਿੱਚ, ਉਹ ਸਾਡੇ ਆਪਣੀ ਸੋਚ ਦੇ ਜਾਂ ਸਾਡੇ ਪੁਜਾਰੀਆਂ ਦੇ ਪੈਦਾ ਕੀਤੇ ਹੋਏ ਆ। ਨਹੀਂ ਤਾਂ ਘੁੰਡੀ ਜਿਹੜੀ ਆ, ਉਹ ਕਿਤੇ ਵੀ ਇਦਾਂ ਦੀ ਨਹੀਂ ਹੈਗੀ ਜਿਹੜੀ ਖੁੱਲ ਨਾ ਸਕੇ। ਹੁਣ ਜਦੋਂ ਅਸੀਂ, ਜਿਹੜੇ ਲੋਕ ਸਾਨੂੰ ਗੁਰਬਾਣੀ ਦੇ ਅਰਥ ਕਰਕੇ ਦੱਸ ਰਹੇ ਆ, ਸਟੀਕ ਲਿਖਣੇ ਵਾਲੇ ਆ, ਕਿਤਾਬਾਂ ਲਿਖਣੇ ਵਾਲੇ ਆ, ਕਥਾਕਾਰ ਆ, ਸਾਡੇ ਗ੍ਰੰਥੀ ਆ, ਉਹਨਾਂ ਦੇ ਕੋਲ ਇੰਨੀ ਸਮਰੱਥਾ ਹੈ ਕਿ ਉਹ ਮਨੁੱਖੀ ਦਿਮਾਗ ਦੇ ਵਿਕਾਸ ਦੇ ਬਾਬਤ ਸਮਝਦੇ ਹੋਣ, ਹਿਊਮਨ ਸਾਈਕੀ ਨੂੰ ਸਮਝਦੇ ਹੋਣ, ਉਹਨਾਂ ਦੀ ਕੋਈ ਸਟੱਡੀ ਹੋਈ ਉਹ ਆਪਣੀ? ਕਿਤੇ ਨਹੀਂ। ਜਿਹਦਾ ਜੀ ਕਰਦਾ, ਕੋਈ ਰਿਸਟ੍ਰਿਕਸ਼ਨ ਹੈ? ਜੇ ਕੋਈ ਸਾਨੂੰ ਆਪਣੇ ਆਲੇ ਦੁਆਲੇ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਜਿਨ੍ਹਾਂ ਥਾਵਾਂ ਦੇ ਉੱਤੇ ਬੈਠੇ ਆ, ਕਦੇ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖਿਓ,